करनाल की लड़ाई वार नादिर शाह का एक अंश है जो कि नजावत की रचना है। यह काव्य तरंगा काव्य संग्रह पुस्तक विच करनाल की लड़ाई सिरलेख हेठ दर्ज है। तो इस वार विच कवि ने नादिर शाह ईरानी और मुगल फौजां विचकार करनाल के मैदान विच हुई भयानक लड़ाई का जिक्र किया है। करनाल की लड़ाई नजावत की रचना है बई, जो वार नादिर शाह का एक अंश है। दोही दली मुकाबले रण सूरे गड़कन, चढ़ तोहफा गड्डी टुकियां लख संगल खड़कन। तोहफा तोपां, गड्डी गड्डियां उपर तोपां लदियां हुई। करनाल के मैदान विच नादिर शाह ईरानी ते हिंदुस्तान के मुगल बादशाह शाह रंगीले दियां फौजां विचकार भयानक मुकाबला हो रहा सी। करनाल की लड़ाई का जिक्र किया है तो कवि आखदा है कि नादिर शाह ईरानी अते शाह रंगीले दियां फौजां विच मुकाबला हो रहा सी। रण विच सूरे एक दूसरे नाल जंग कर रहे सन, लड़ रहे सन, गज रहे सन। रण सूरे गड़कन, चढ़ तोहफा गड्डी टुकियां लख संगल खड़कन। गड्डियां उपर लदियां तोपां भी इस मैदान विच पहुंचियां ते उन्हां दे नाल बजे होए लखां संगल खड़क रहे सन। ओह दारू खांदियां, दारू दा अर्थ है बारूद, जो तोपां सन ओह की बारूद खांदियां। कोहलियां मन गोले रड़कन, कोहलियां कोहलू दे गले जिन्ना वो बारूद खांदियां। मन दा गोला वराउंदियां सन, गोले रड़कन ते गोला वराउंदियां सन। वो दारू बारूद कोहलियां कोहले जिन्ना कोहलू विच गल पैंदा है इन्ना वो बारूद खा के अग बरा रही सन। ज्यों दाग पलीते छड्डियां, पलीते बारूद नूं अग लाउण वाला तोड़ा वांग बदल कड़कन। एक मिनट यार, ਉਹ दारू खांदियां कोहलियां मन गोले रड़कन। ते ਉਹ कोहलू दे गले जिन्ना बारूद पैंदा सी उन्हां विच ते मन दा गोला वराउंदियां सन। ज्यों दाग पलीते छड्डियां वांग बदल कड़कन। ते जदों उन्हां दे पलीतिਆਂ ਨੂੰ ਅੱਗ ਲਾਈ ਗਈ ਤਾਂ ਉਹ ਬੱਦਲਾਂ ਵਾਂਗ ਕੜਕ ਰਹੀਆਂ ਸਨ। ਪਲੀਤੇ ਕੀ ਬਾਰੂਦ ਨੂੰ ਅੱਗ ਲਾਉਣਾ। ਉਹ ਦਰ ਖੁੱਲੇ ਦੋਜ਼ਖਾਂ ਮੂੰਹ ਭਾਈ ਭੜਕਣ। ਉਹਨਾਂ ਦੇ ਮੂੰਹਾਂ ਵਿੱਚੋਂ ਬਾਹਰ ਨੂੰ ਭੜਕਦੀ ਅੱਗ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਨਰਕ ਦਾ ਦਰਵਾਜ਼ਾ ਖੁੱਲ੍ਹ ਗਿਆ ਹੋਵੇ। ਦੋਜ਼ਖ ਕੀ ਹੈ? ਨਰਕ ਦਾ ਦਰਵਾਜ਼ਾ ਖੁੱਲ੍ਹ ਗਿਆ ਹੋਵੇ। ਜਦੋਂ ਉਹ ਅੱਗ ਬਰਾਉਣ ਲਈ ਮੂੰਹ ਖੋਲ੍ਹਦੀਆਂ ਸਨ ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਨਰਕ ਦਾ ਦਰਵਾਜ਼ਾ ਖੁੱਲ੍ਹ ਗਿਆ ਹੋਵੇ। ਜਿਉਂ ਝਾਂਬੇ ਮਾਰੇ ਪੰਖਰੂ, ਝਾਂਬੇ ਝੱਖੜ, ਪੰਖਰੂ ਪੰਛੀ ਵਿੱਚ ਬਾਗਾਂ ਫੜਕਣ। ਤੇ ਇਹਨਾਂ ਨੇ ਗੋਲਿਆਂ ਨਾਲ ਸੂਰਮੇ ਇਸ ਤਰ੍ਹਾਂ ਫੜਕ ਰਹੇ ਸਨ ਜਿਵੇਂ ਜ਼ੋਰਦਾਰ ਝੱਖੜ ਦੇ ਮਾਰੇ ਹੋਏ ਪੰਛੀ ਬਾਗਾਂ ਵਿੱਚ ਭੜਕਦੇ ਹਨ। ਜਿਵੇਂ ਕਿ ਤੂਫਾਨ ਆ ਜਾਂਦਾ ਹੈ ਤੇ ਉਹ ਪੰਛੀਆਂ ਨੂੰ ਪੰਖ ਨੂੰ ਮਤਲਬ ਪੰਛੀਆਂ ਨੂੰ ਉਹ ਭੜਕਾ ਦਿੰਦੇ ਹੈ। ਇਸ ਤਰ੍ਹਾਂ ਗੋਲਿਆਂ ਨਾਲ ਜੋ ਤੋਪਾਂ ਸਨ ਉਹ ਸੂਰਮਿਆਂ ਨੂੰ ਬੁੜਕ ਕੇ ਮਾਰ ਰਹੀਆਂ ਸਨ। ਝੜੇ ਤਰੁੱਟੇ ਹੰਬਲਾਂ ਵਾਂਗ ਮੱਛਾਂ ਤੜਪਣ। ਜ਼ੋਰਦਾਰ ਝੱਖੜ ਵਿੱਚ ਪੰਛੀ ਬਾਗਾਂ ਵਿੱਚ ਫੜਕਦੇ ਹੋਣ ਅਤੇ ਕੱਟੇ ਵੱਡੇ ਮਨੁੱਖ ਸਾਰੇ ਹੀ ਮੱਛਾਂ ਵਾਂਗ ਤੜਪ ਰਹੇ ਸਨ, ਜਿਸ ਤਰ੍ਹਾਂ ਕਿ ਮੱਛੀਆਂ ਤੜਫਦੀਆਂ ਹੋਣ। ਇਸ ਤਰ੍ਹਾਂ ਕੱਟੇ ਵੱਡੇ ਮਨੁੱਖ ਤੜਫ ਰਹੇ ਸਨ ਮੱਛੀਆਂ ਵਾਂਗ। ਜਿਉਂ ਝੱਲੀ ਅੱਗਾਂ ਵਾਂਗ ਰਣ ਸੂਰੇ ਤੜਕਣ। ਝੱਲੀ ਵੇਲੇ ਨੂੰ। मैदान जंग विच सूरमे इस तरह मर रहे सन जिमें बेले नूं अग लगन नाल सब कुछ तिड़ तिड़ करके सड़ रहा होवे।
ਝੱਲੀ ਦਾ ਅਰਥ ਹੈ ਬੇਲਾ, ਜੋ ਘਾਹ ਫੂਸ ਦਾ ਬਣਿਆ ਹੋਵੇ। ਤੇ ਇਸ ਤਰ੍ਹਾਂ ਘਾਹ ਫੂਸ ਵਾਂਗ ਕੀ ਹੈ, ਸਭ ਕੁਝ ਅੱਗ ਵਿੱਚ ਜਲ ਰਿਹਾ ਸੀ। ਤਿੜ ਤਿੜ ਤੜਕ ਰਹੇ ਸਨ ਸੂਰਮੇ ਤੜਕਣ। ਉਹ ਹਸਰ ਦਿਹਾੜਾ ਵੇਖ ਕੇ ਦਲ ਦੋਵੇਂ ਧੜਕਣ। ਹਸਰ ਕਿਆਮਤ ਪਰਲੋ ਦਾ ਦਿਨ। ਮਾਰ ਵੱਢ ਕੇ ਸਾੜ ਫੁੱਕੇ ਅਜਿਹੇ ਪਰਲੋ ਰੂਪੀ ਦ੍ਰਿਸ਼ ਨੂੰ ਦੇਖ ਕੇ ਦੋਹਾਂ ਧਿਰਾਂ ਦੀਆਂ ਫੌਜਾਂ ਕੰਬ ਰਹੀਆਂ ਸਨ। ਦਰੁਗਾਂ ਦਿਆਂ ਤ੍ਰੈ ਵਾਣਾ ਮਾਰੂ ਵੱਢਿਆ। ਦਰੁਗਾਂ ਦਾ ਅਰਥ ਹੈ ਨਗਾਰਿਆਂ। ਤ੍ਰੈ ਵਾਣਾ ਆਪਣੇ ਸ਼ਿਕਾਰ 'ਤੇ ਝਪਟਦਾ ਹੈ। ਇਸ ਤਰ੍ਹਾਂ ਗੁੱਸੇ ਵਿੱਚ ਉਹ ਆਇਆ, ਸ਼ੇਰ ਵਾਂਗ ਝਪਟ ਕੇ ਸ਼ਿਕਾਰ ਉੱਤੇ ਝਪਟ ਪੈਂਦਾ ਹੈ। ਇੰਝ ਹੀ ਮਿਰਜ਼ਾ ਨੂਰ ਬੇਗ ਅਫਜ਼ਲ ਕੁਲੀ ਉੱਤੇ ਝਪਟ ਪਿਆ ਸੀ। ਉਹ ਜੁਟ ਪਏ ਦੋ ਸੂਰਮੇ ਰਮ ਗਾਗੇ ਹਾਰੇ। ਗਾਗੇ ਹਾਰੇ ਬਹੁਤ ਹੀ ਤਜਰਬੇਕਾਰ ਦੋਨੋਂ ਸੂਰਮੇ ਸਨ। ਜੋ ਗਾਗੇ ਹਾਰੇ ਦਾ ਅਰਥ ਹੈ ਤਜਰਬੇਕਾਰ। ਉਹ ਦੋਵੇਂ ਸੂਰਮੇ ਜੋ ਯੁੱਧ ਕਲਾ ਵਿੱਚ ਬੜੇ ਉਸਤਾਦ ਸਨ, ਬੜੇ ਤਜਰਬੇਕਾਰ ਸਨ, ਲੜਾਈ ਵਿੱਚ ਡਟ ਗਏ। ਜਿਉਂ ਕਰ ਉੱਤੇ ਅਹਿਰ ਨੇ ਤਾਂ ਧਰੇ ਲੁਹਾਰੇ। ਅਹਿਰ ਨੇ ਲੋਹੇ ਦਾ ਵੱਡਾ ਟੁਕੜਾ। ਜਿਵੇਂ ਲੁਹਾਰ ਨੇ ਅਹਿਰਨ ਉੱਤੇ ਲੋਹਾ ਗਰਮ ਕਰਕੇ ਰੱਖਿਆ ਹੋਵੇ ਤੇ ਉਸ ਉੱਤੇ ਵਧਾਣ ਨਾਲ ਸੱਟਾਂ ਪੈ ਰਹੀਆਂ ਹੋਣ, ਇਸ ਤਰ੍ਹਾਂ ਹੀ ਉਹ ਸੂਰਮੇ ਪੱਬਾਂ ਭਾਰ ਹੋ ਕੇ ਸਾਰਾ ਜ਼ੋਰ ਲਾ ਕੇ ਇੱਕ ਦੂਜੇ ਉੱਤੇ ਵਾਰ ਕਰ ਰਹੇ ਸਨ। ਕਰ ਝੜ ਕੜਕ ਕੜਾਕ ਕੜਕ ਢਾਲੀ ਬਲਖਾਰੇ। ਬਲਖਾਰੇ ਦਾ ਅਰਥ ਹੈ ਬਈ ਸੂਰਮੇ। ਤੇ ਉਹਨਾਂ ਬਹਾਦਰ ਯੋਧਾ ਦੀਆਂ ਢਾਲਾਂ ਕੜਕੜ ਕਰਦੀ ਆਵਾਜ਼ ਇਸ ਤਰ੍ਹਾਂ ਦੀ ਸੀ, ਜਿਸ ਤਰ੍ਹਾਂ ਕਿ ਵੱਜ ਕੇ ਢਾਲਾਂ ਦੀਆਂ ਗੱਡੀਆਂ ਹੀ ਉਹਨਾਂ ਦੇ ਹੱਥਾਂ ਵਿੱਚ ਰਹਿ ਗਈਆਂ ਤੇ ਬਾਹਰਲੇ ਕੰਡੇ ਭੁਰ ਗਏ ਸਨ। ਤਲਵਾਰਾਂ ਦੇ ਇਸ ਤਰ੍ਹਾਂ ਖੜਕ ਰਹੀਆਂ ਸਨ ਉਹਨਾਂ ਦੀਆਂ। ਹੱਥੇ ਰਹੀਆਂ ਗੱਡੀਆਂ ਉੱਡ ਗਏ ਕਿਨਾਰੇ, ਤੇ ਉਹਨਾਂ ਦੀਆਂ ਤਲਵਾਰਾਂ ਦੇ ਕਿਨਾਰੇ ਉੱਡ ਗਏ ਸਨ। ਬਸ ਉਹਨਾਂ ਦੇ ਹੱਥ ਵਿੱਚ ਛੋਟਾ ਟੁਕੜਾ ਹੀ ਰਹਿ ਗਿਆ ਸੀ। ਤਲਵਾਰਾਂ ਉਹਨਾਂ ਦੀਆਂ ਘਸ ਗਈਆਂ ਸਨ, ਉੱਡ ਗਈਆਂ ਸਨ ਲੜ ਲੜ ਕੇ। ਜੋ ਆਤਿਸ਼ਬਾਜ਼ਾਂ ਫੁੱਕਿਆ ਫੁੱਲ ਜੜੀ ਹਨਾਰੇ। ਜਿਸ ਤਰ੍ਹਾਂ ਆਤਿਸ਼ਬਾਜ਼ੀ ਜਲ ਕੇ ਬੁਝ ਗਈ ਹੋਵੇ। ਆਤਿਸ਼ਬਾਜ਼ੀ ਫੁੱਲਝੜੀ ਜਾਂ ਅਨਾਰ ਨੂੰ ਚਲਾਉਣ ਦੇ ਮਗਰੋਂ ਕੇਵਲ ਖੋਲ ਹੀ ਬਾਕੀ ਰਹਿ ਗਿਆ ਹੋਵੇ। ਉਹ ਚੱਪਾ ਚੱਲ ਨਹੀਂ ਜਾਣਦਾ, ਹੈਣ ਵੱਡੇ ਹੈ ਸਿਆਰੇ। ਦੋਵੇਂ ਆਪਣੀ ਲੜਾਈ ਵਿੱਚ ਇਸ ਤਰ੍ਹਾਂ ਲੜ ਰਹੇ ਸਨ ਜਿਵੇਂ ਆਤਿਸ਼ਬਾਜ਼ੀਆਂ ਬਸ ਲੜ ਰਹੀਆਂ ਹੋਣ ਆਪਸ ਵਿੱਚ। ਆਤਿਸ਼ਬਾਜ਼ੀਆਂ ਫੁੱਲਝੜੀ ਅਨਾਰ ਚੱਲ ਰਹੇ ਹੋਣ। ਪਰ ਵੇਖ ਰਜਾ ਖੁਦਾ ਦੀ ਕੌਣ ਜਿੱਤੇ ਕੌਣ ਹਾਰੇ। ਉਹ ਦੋਵੇਂ ਲੜ ਕੇ ਆਪਣੀ ਥਾਂ ਤੋਂ ਚੋਪਾ ਵੀ ਪਿੱਛੇ ਨਾ ਹਟੇ, ਪਰ ਦੋਹੇ ਰੱਬ ਦੀ ਮਰਜ਼ੀ ਸੀ। ਇਸ ਤਰ੍ਹਾਂ ਹੀ ਕਿਸ ਨੇ ਜਿੱਤਣਾ ਹੈ, ਕਿਸ ਨੇ ਹਾਰਨਾ ਹੈ, ਇਹ ਤਾਂ ਉਸ ਰੱਬ ਦੇ ਹੱਥ ਵਿੱਚ ਸੀ। ਪਰ ਦੇਖੋ ਰੱਬ ਦੀ ਕੀ ਮਰਜ਼ੀ ਹੈ ਕਿ ਉਹ ਕਿਸ ਨੂੰ ਜਿਤਾਉਂਦਾ ਹੈ ਤੇ ਕਿਸ ਨੂੰ ਹਰਾਉਂਦਾ ਹੈ। ਨਾਦਰ ਤੁਬਕ ਵਜੂਤਿਆ ਸਾਰ ਦਾਨੇ ਘੜੀ ਫਿਰੰਗੀ ਦੀ। ਤੁਬਕ ਛੋਟੀ ਬੰਦੂਕ, ਵਜੂਦਿਆ ਸਾਰ ਦਾਨੇ, ਵਜੂਦਿਆ ਫੜੀ, ਸਾਰ ਲੋਹਾ। ਨਜਾਬਤ ਲਿਖਦਾ ਹੈ ਕਿ ਨਾਦਰ ਦੇ ਬੰਦੂਕ ਫੜ ਲਈ, ਜਿਸ ਦਾ ਲੋਹਾ ਯੂਰਪ ਦੇ ਸਿਆਣੇ ਕਾਰੀਗਰਾਂ ਦਾ ਘੜਿਆ ਹੋਇਆ ਸੀ। ਨਾਦਰ ਸ਼ਾਹ ਨੇ ਇੱਕ ਬੰਦੂਕ ਫੜੀ ਹੋਈ ਸੀ। ਇਸ ਬੰਦੂਕ ਫਿਰੰਗੀਆਂ ਵੱਲੋਂ ਘੜੀ ਹੋਈ ਸੀ। ਉਹਦੀ ਮਾਂ ਕਲ ਤੇ ਪਿਓ ਨਾਰਦ, ਉਹ ਸਕੀ ਭੈਣ ਭੁਜੰਗ ਦੀ। ਤੇ ਉਸਦੀ ਬੰਦੂਕ ਦੀ ਤੁਲਨਾ ਕਰਦਾ ਹੈ ਕਵੀ ਇਸ ਬੰਦੂਕ ਦੀ, ਜੋ ਮਾਂ ਕਲ ਸੀ ਅਤੇ ਉਸਦਾ ਪਿਓ ਨਾਰਦ ਸੀ, ਤੇ ਇਹ ਝੜੱਪੇ ਸੱਪ ਦੀ ਭੈਣ ਸੀ। ਵਿਨਾਸ਼ਕਾਰੀ ਸ਼ਕਤੀਆਂ ਨਾਲ ਨਾਦਰ ਸ਼ਾਹ ਦੀ ਬੰਦੂਕ ਦੀ ਤੁਲਨਾ ਕਰਦਾ ਹੈ। ਉਹ ਅੜੇ ਨਾ ਸਿਰਾਂ ਬਖਤਰਾਂ, ਰਤ ਪੀਂਦੀ ਮੂਲ ਨਾ ਸੰਗਦੀ। ਬਖਤਰਾਂ ਲੋਹੇ ਦੀ ਪੋਸ਼ਾਕ
ਇਸ ਦੀ ਗੋਲੀ ਨੂੰ ਲੋਹੇ ਦੇ ਜ਼ਰਾ ਬਰਕਤ ਵੀ ਨਹੀਂ ਸੀ ਤੇ ਉਸ ਨੂੰ ਕੋਈ ਰੋਕ ਨਹੀਂ ਸਕਦਾ। ਇਹ ਮਨੁੱਖੀ ਲਹੂ ਪੀਣ ਲੱਗੀ ਜ਼ਰਾ ਵੀ ਨਹੀਂ ਸੀ ਸ਼ਰਮਾਉਂਦੀ। ਉਹ ਧਰ ਤਲੀ ਤੇ ਛੱਡੀਆਂ ਛੇੜ ਪਿੱਠ ਦਹੀਆਂ ਤੁਜੰਗ ਘੋੜਾ। ਇਸ ਵਿੱਚੋਂ ਨਿਕਲੀ ਹੋਈ ਗੋਲੀ ਇਸ ਤਰ੍ਹਾਂ ਲੱਗਦਿਆਂ ਹੀ ਖਾਨ ਦੋਰਾ ਘੋੜੇ ਦੀ ਪਿੱਠ ਤੋਂ ਡਿੱਗ ਪਿਆ। ਜਦੋਂ ਨਾਦਰ ਸ਼ਾਹ ਨੇ ਗੋਲੀ ਚਲਾਈ ਤਾਂ ਖਾਨ ਦੌਰ ਸੀ ਜੋ ਉਹ ਘੋੜੇ ਤੋਂ ਡਿੱਗ ਪਿਆ। ਨਜਾਬਤ ਗੱਲਾਂ ਅਗਲੀਆਂ ਵੱਡੀ ਗੋਟ ਮਾਰੀ ਸ਼ਤਰੰਜ ਦੀ। ਗੋਟ ਸ਼ਤਰੰਜ ਦੀ ਸਭ ਤੋਂ ਵੱਡੀ ਗੋਟ ਭਾਵ ਸੈਨਾਪਤੀ। ਅੱਗੇ ਜੋ ਹੋਵੇਗਾ ਉਹ ਰੱਬ ਜਾਣਦਾ ਹੈ। ਤੇ ਇਸ ਜੋ ਗੋਲੀ ਨਾਦਰ ਸ਼ਾਹ ਨੇ ਗੋਲੀ ਚਲਾਈ ਸੀ ਲੱਗਦਿਆਂ ਹੀ ਖਾਨ ਦੋਰਾ ਘੋੜੇ ਤੋਂ ਪਿੱਠ ਤੋਂ ਡਿੱਗ ਪਿਆ ਸੀ। ਨਜਾਬਤ ਗੱਲਾਂ ਅਗਲੀਆਂ, ਅੱਗੇ ਜੋ ਹੋਵੇਗਾ ਉਹ ਰੱਬ ਹੀ ਜਾਣਦਾ ਹੈ। ਪਰ ਇਸ ਸਮੇਂ ਤਾਂ ਨਾਦਰ ਨੇ ਖਾਨ ਦੋਰਾ ਨੂੰ ਮਾਰ ਲਿਆ ਸੀ। ਨਾਦਰ ਸ਼ਾਹ ਲਈ ਇਹ ਪ੍ਰਾਪਤੀ ਐਡੀ ਵੱਡੀ ਸੀ ਜਿਵੇਂ ਕਿਸੇ ਸ਼ਤਰੰਜ ਦੇ ਖਿਡਾਰੀ ਨੇ ਆਪਣੇ ਵਿਰੋਧੀ ਦੀ ਕੋਈ ਵੱਡੀ ਗੋਟ ਮਾਰ ਲਈ ਹੋਵੇ। ਗੋਟ ਸ਼ਤਰੰਜ ਦੀ ਖੇਡ ਵਿੱਚ ਇੱਕ ਸੈਨਾਪਤੀ ਨੂੰ ਕਿਹਾ ਜਾਂਦਾ ਹੈ।